पंजाबी भाषा की पढ़ाई करने वाले सारे सिखियार्थियों मेरे गुरविंदर सिंह बाजवा वालों प्यार भरी सत श्री अकाल। अज असी पंजाबी पाठक्रम के बहुत ही महत्वपूर्ण विषय अंडिठे पैरे बारे पढ़ांगे। ये विषय इन्ना महत्वपूर्ण है कि स्कूली और कॉलेजी विद्या तो इलावा कंपीटिशन एग्जाम जो मुकाबले दी प्रीखियावां उन्हां विच भी ये प्रश्न पूछा जाता है। असी वेखांगे कि इस प्रश्न नूं किवें कीता जा सकता है, इस प्रश्न नूं करन लई किहड़ियां गल्लां ध्यान विच रखियां हो जा सकदियां। CBSE ਵੱਲੋਂ निर्धारित पाठक्रम नूं असी 4 हिस्सिਆਂ ਵਿੱਚ ਵੇਖ ਸਕਦੇ ਹਾਂ। 10ਵੀਂ ਜਮਾਤ ਦਾ ਜੋ ਪਾਠਕ੍ਰਮ ਹੈ ਉਸ ਵਿੱਚ ਪ੍ਰਸ਼ਨ ਪੱਤਰ ਦਾ ਸਭ ਤੋਂ ਪਹਿਲਾ ਭਾਗ ਉਹ ਪੜ੍ਹਨ ਕੌਸ਼ਲ ਹੋਵੇਗਾ, ਦੂਸਰਾ ਵਿਆਕਰਨ, ਤੀਸਰਾ ਪਾਠ ਪੁਸਤਕਾਂ ਤੇ ਆਧਾਰਿਤ ਅਤੇ ਚੌਥਾ ਲਿਖਣ ਕੌਸ਼ਲ ਇਹ ਹਿੱਸਾ ਹੋਵੇਗਾ। ਪੜ੍ਹਨ ਕੌਸ਼ਲ ਵਿੱਚ ਅਸੀਂ ਅੰਡਿੱਠੇ ਪੈਰੇ ਇਹ 2 ਪ੍ਰਸ਼ਨ ਕਰਾਂਗੇ, ਜਿਸ ਵਿੱਚ ਅੰਡਿੱਠਾ ਪੈਰਾ ਵਾਰਤਕ ਅਤੇ ਅੰਡਿੱਠਾ ਪੈਰਾ ਕਵਿਤਾ ਦਾ ਹੋਵੇਗਾ। ਵਾਰਤਕ ਵਾਲਾ ਪੈਰਾ 9 ਅੰਕਾਂ ਦਾ ਅਤੇ ਕਵਿਤਾ ਵਾਲਾ ਅੰਡਿੱਠਾ ਪੈਰਾ ਇਹ 6 ਅੰਕਾਂ ਦਾ ਹੋਵੇਗਾ। ਇਸ ਤੋਂ ਬਾਅਦ ਵਿਆਕਰਨ ਦੇ ਟੌਪਿਕ ਹੋਣਗੇ ਜੋ ਕਿ 20 ਅੰਕਾਂ ਦੇ ਹੋਣਗੇ। ਇਸ ਤੋਂ ਇਲਾਵਾ ਪਾਠ ਪੁਸਤਕਾਂ ਦੇ ਆਧਾਰਿਤ ਜੋ ਪ੍ਰਸ਼ਨ ਹੋਣਗੇ ਉਹ 1 ਅੰਕ, 2 ਅੰਕ ਅਤੇ 3 ਅੰਕਾਂ ਦੇ ਹੋਣਗੇ। ਅਤੇ ਲਿਖਣ ਕੌਸ਼ਲ ਦੇ ਵਿੱਚ ਅਸੀਂ ਲੇਖ ਰਚਨਾ, ਪੱਤਰ ਰਚਨਾ, ਇਸ਼ਤਿਹਾਰ ਅਤੇ ਤਸਵੀਰ ਵਰਣਨ ਇਹ ਪ੍ਰਸ਼ਨ ਇਹਨਾਂ ਨੂੰ ਕਰਾਂਗੇ। ਜਿਵੇਂ ਕਿ ਅਸੀਂ ਅੱਜ ਅੰਡਿੱਠਾ ਪੈਰਾ ਕਵਿਤਾ ਅੰਡਿੱਠਾ ਪੈਰਾ ਵਾਰਤਕ ਬਾਰੇ ਪੜਾਂਗੇ। ਸੋ ਸਭ ਤੋਂ ਪਹਿਲਾਂ ਇਹ ਦੇਖਾਂਗੇ ਕਿ ਅੰਡਿੱਠਾ ਪੈਰਾ ਇਹ ਕਹਿੰਦੇ ਕਿਸ ਨੂੰ ਹਨ, ਇਸ ਦਾ ਅਰਥ ਕੀ ਹੈ, ਇਸ ਦੀ ਮਹੱਤਤਾ ਕੀ ਹੈ ਅਤੇ ਇਸ ਦੀ ਬਣਤਰ ਕਿਵੇਂ ਦੀ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਤੁਸੀਂ ਸਕਰੀਨ ਤੇ ਜਿਵੇਂ ਦੇਖ ਰਹੇ ਹੋ ਅੰਡਿੱਠਾ ਪੈਰਾ ਦਾ ਅਰਥ। ਅੰਡਿੱਠਾ ਸ਼ਬਦ 2 ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਅਨ ਅਤੇ ਡਿੱਠਾ। ਅਨ ਸ਼ਬਦਾਂਸ਼ ਜੋ ਕਿ ਇੱਕ ਅਗੇਤਰ ਵੀ ਹੈ ਦਾ ਅਰਥ ਹੈ ਬਿਨਾਂ ਅਤੇ ਡਿੱਠਾ ਸ਼ਬਦ ਦਾ ਅਰਥ ਹੈ ਵੇਖਿਆ। ਅੰਡਿੱਠੇ ਪੈਰੇ ਤੋਂ ਭਾਵ ਅਜਿਹਾ ਪੈਰਾ ਜੋ ਤੁਸੀਂ ਆਪਣੀ ਜਮਾਤ ਦੀਆਂ ਪਾਠ ਪੁਸਤਕਾਂ ਵਿੱਚ ਨਾ ਵੇਖਿਆ ਹੋਵੇ। ਸੋ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਅੰਡਿੱਠਾ ਜਿਸ ਨੂੰ ਤੁਸੀਂ ਵੇਖਿਆ ਨਹੀਂ ਹੈ, ਭਾਵ ਕਿ ਤੁਹਾਡੇ ਪਾਠਕ੍ਰਮ ਜੋ ਤੁਹਾਡੇ ਪਾਠ ਪੁਸਤਕਾਂ ਨੇ ਉਸ ਵਿੱਚ ਇਹ ਪੈਰਾ ਤੁਹਾਨੂੰ ਦਿੱਤੇ ਗਏ ਪਾਠਾਂ ਵਿੱਚੋਂ ਨਹੀਂ ਆਵੇਗਾ, ਬਲਕਿ ਉਹਨਾਂ ਪਾਠਾਂ ਵਿੱਚੋਂ ਆਵੇਗਾ, ਉਹਨਾਂ ਰਚਨਾਵਾਂ ਵਿੱਚੋਂ ਆਵੇਗਾ ਜੋ ਤੁਸੀਂ ਸ਼ਾਇਦ ਨਹੀਂ ਪੜ੍ਹੀਆਂ ਹੋਣਗੀਆਂ। ਸੋ ਇਸ ਦੀ ਮਹੱਤਤਾ ਇਸ ਨੂੰ ਜਾਣ ਲੈਂਦੇ ਹਾਂ। ਅੰਡਿੱਠੇ ਪੈਰੇ ਦੀ ਕੀ ਮਹੱਤਤਾ ਹੈ, ਇਸ ਪ੍ਰਸ਼ਨ ਰਾਹੀਂ ਵਿਦਿਆਰਥੀਆਂ ਦੀ ਸੋਚ ਤੇ ਸਮਝ ਸ਼ਕਤੀ ਅਤੇ ਭਾਸ਼ਾ ਦੇ ਅਰਥ ਗ੍ਰਹਿਣ ਕਰਨ ਦੀ ਯੋਗਤਾ ਦੀ ਪਰਖ ਕੀਤੀ ਜਾਂਦੀ ਹੈ। ਵਿਦਿਆ ਦਾ ਮਕਸਦ ਕੇਵਲ ਵਿਦਿਆਰਥੀਆਂ ਨੂੰ ਪੜ੍ਹਨਾ, ਲਿਖਣਾ ਜਾਂ ਬੋਲਣਾ ਹੀ ਸਿਖਾਉਣਾ ਨਹੀਂ, ਬਲਕਿ ਉਹਨਾਂ ਦਾ ਦਿਮਾਗੀ ਵਿਕਾਸ ਕਰਨਾ ਵੀ ਹੁੰਦਾ ਹੈ। ਸੋ ਇਸ ਲਈ ਇਸ ਪ੍ਰਸ਼ਨ ਦੇ ਵਿੱਚ ਵਿਦਿਆਰਥੀਆਂ ਦੀ ਸੋਚਣ ਤੇ ਸਮਝਣ ਸ਼ਕਤੀ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਦੇ ਅਰਥ ਗ੍ਰਹਿਣ ਕਰਨ ਦੀ ਯੋਗਤਾ, ਇਸ ਨੂੰ ਪਰਖਿਆ ਜਾਂਦਾ ਹੈ ਕਿ ਵਿਦਿਆਰਥੀ ਕਿਸੇ ਭਾਸ਼ਾ ਦੇ ਅਰਥਾਂ ਨੂੰ ਕਿੰਨੀ ਕੁ ਗਹਿਰਾਈ ਦੇ ਨਾਲ ਸਮਝ ਸਕਦੇ ਹਨ ਅਤੇ ਉਹਨਾਂ ਸੰਬੰਧੀ ਪ੍ਰਸ਼ਨਾਂ ਦੇ ਉੱਤਰ ਕਿਸ ਪ੍ਰਕਾਰ ਦੇ ਸਕਦੇ ਹਨ। ਇਸ ਲਈ ਸਕੂਲਾਂ, ਕਾਲਜਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਅੰਡਿੱਠੇ ਪੈਰੇ ਦੇ ਪ੍ਰਸ਼ਨਾਂ ਨੂੰ ਪਹਿਲ ਦੇ ਕੇ ਪ੍ਰਸ਼ਨ ਪੱਤਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਸੋ ਅੰਡਿੱਠੇ ਪੈਰੇ ਦੇ ਪ੍ਰਸ਼ਨ ਦੀ ਇੱਕ ਮਹੱਤਤਾ, ਇੰਪੋਰਟੈਂਸ ਇਹ ਵੀ ਵੇਖੀ ਜਾ ਸਕਦੀ ਹੈ ਕਿ ਕੇਵਲ ਸਕੂਲੀ ਇਮਤਿਹਾਨਾਂ ਵਿੱਚ ਨਹੀਂ, ਬਲਕਿ ਕਾਲਜਾਂ ਅਤੇ ਜੋ ਕੰਪੀਟੀਸ਼ਨ ਐਗਜ਼ਾਮ ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਹੁੰਦੀਆਂ ਹਨ, ਚਾਹੇ ਉਹ PCS ਹੈ, ਚਾਹੇ ਕੋਈ ਹੋਰ ਕਿਸੇ ਖੇਤਰ ਵਿੱਚ ਹਨ, ਤਾਂ ਉਸ ਦੇ ਵਿੱਚ ਵੀ ਅੰਡਿੱਠੇ ਪੈਰੇ ਦਾ ਪ੍ਰਸ਼ਨ ਇਹ ਸ਼ਾਮਲ ਕੀਤਾ ਜਾਂਦਾ ਹੈ। ਸੋ ਇਸ ਪੈਰੇ ਦੀ ਬਣਤਰ ਬਾਰੇ ਜਾਣ ਲੈਂਦੇ ਹਾਂ। ਪ੍ਰਸ਼ਨ ਪੱਤਰ ਵਿੱਚ ਇਹ ਪ੍ਰਸ਼ਨ ਸਭ ਤੋਂ ਪਹਿਲੇ ਭਾਗ ਭਾਵ ਪੜ੍ਹਨ ਕੌਸ਼ਲ ਵਿੱਚ ਸ਼ਾਮਲ ਹੋਵੇਗਾ। ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਸੀ ਕਿ ਪ੍ਰਸ਼ਨ ਪੱਤਰ ਨੂੰ 4 ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਸੋ ਪਹਿਲਾ ਹਿੱਸਾ ਪੜ੍ਹਨ ਕੌਸ਼ਲ ਹੈ, ਜਿਸ ਵਿੱਚ ਅੰਡਿੱਠੇ ਪੈਰੇ ਦਾ ਪ੍ਰਸ਼ਨ ਇਹ ਹੋਵੇਗਾ। ਕਿਸੇ ਵੀ ਪ੍ਰਸਿੱਧ ਸਾਹਿਤਿਕ ਰਚਨਾ ਵਿੱਚੋਂ ਕੋਈ ਵੀ ਮਹੱਤਵਪੂਰਨ ਪੈਰਾ ਦੇ ਕੇ ਉਸ ਸੰਬੰਧੀ ਪ੍ਰਸ਼ਨ ਪੁੱਛੇ ਜਾਣਗੇ। ਛੋਟੀਆਂ ਜਮਾਤਾਂ ਵਿੱਚ ਇਹ ਪ੍ਰਸ਼ਨ 1-1 ਅੰਕ ਦੇ ਹੁੰਦੇ ਹਨ, ਜਦਕਿ 9ਵੀਂ 10ਵੀਂ ਜਮਾਤ ਵਿੱਚ 4 ਪ੍ਰਸ਼ਨ 2-2 ਅੰਕਾਂ ਦੇ ਅਤੇ 1 ਪ੍ਰਸ਼ਨ 1 ਅੰਕ ਦਾ ਹੁੰਦਾ ਹੈ। ਸੋ ਅਸੀਂ ਇੱਥੇ ਇਹ ਅੰਡਿੱਠਾ ਪੈਰਾ ਵਾਰਤਕ ਦੀ ਗੱਲ ਕਰ ਰਹੇ ਹਾਂ। ਅਗਲੀ ਵੀਡੀਓ ਦੇ ਵਿੱਚ ਅਸੀਂ ਅੰਡਿੱਠਾ ਪੈਰਾ ਕਵਿਤਾ ਦੀ ਗੱਲ ਕਰਾਂਗੇ, ਜਿਸ ਵਿੱਚ ਕੇਵਲ 3 ਪ੍ਰਸ਼ਨ ਹੋਣਗੇ ਔਰ ਉਹ 2-2 ਅੰਕਾਂ ਦੇ ਹੋਣਗੇ। ਅੰਡਿੱਠਾ ਪੈਰਾ ਹੱਲ ਕਰਨ ਸਮੇਂ ਧਿਆਨ ਦੇਣ ਯੋਗ ਗੱਲਾਂ। ਸੋ ਅੰਡਿੱਠਾ ਪੈਰਾ ਕਿਵੇਂ ਕਰਨਾ ਹੈ ਔਰ ਇਸ ਸਮੇਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਅਸੀਂ ਇਸ ਬਾਰੇ ਇਹ ਗੱਲ ਕਰਾਂਗੇ। ਜਦੋਂ ਵੀ ਤੁਹਾਨੂੰ ਅੰਡਿੱਠਾ ਪੈਰਾ ਪ੍ਰਸ਼ਨ ਆਵੇਗਾ ਔਰ ਤੁਸੀਂ ਉਸ ਅੰਡਿੱਠੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦਾ ਹੱਲ ਕਰੋਗੇ, ਉਹਨਾਂ ਨੂੰ ਉੱਤਰ ਲਿਖੋਗੇ, ਤਾਂ ਸਭ ਤੋਂ ਪਹਿਲਾਂ ਤੁਸੀਂ ਉਸ ਪੈਰੇ ਨੂੰ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ। ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਸ ਪੈਰੇ ਦਾ ਵਿਸ਼ਾ ਕੀ ਹੈ। ਉਸ ਤੋਂ ਬਾਅਦ ਤੁਸੀਂ ਉਸ ਪੈਰੇ ਨਾਲ ਸੰਬੰਧਿਤ ਪ੍ਰਸ਼ਨਾਂ ਨੂੰ ਪੜ੍ਹੋਗੇ ਔਰ ਦੁਬਾਰਾ ਉਸ ਪੈਰੇ ਦੇ ਵਿੱਚੋਂ ਉਹਨਾਂ ਪ੍ਰਸ਼ਨਾਂ ਦੇ ਉੱਤਰਾਂ ਨੂੰ ਲੱਭੋਗੇ। ਸੋ ਇੱਥੇ ਕੁਝ ਗੱਲਾਂ ਹਨ ਜੋ ਤੁਸੀਂ ਧਿਆਨ ਦੇਣੀਆਂ ਹਨ। ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਪੈਰੇ ਦੇ ਮੂਲ ਵਿਚਾਰਾਂ 'ਤੇ ਆਧਾਰਿਤ ਹੀ ਹੋਣੇ ਚਾਹੀਦੇ ਹਨ।
ਭਾਵ ਕਿ ਜੋ ਤੁਹਾਨੂੰ ਪ੍ਰਸ਼ਨ ਪੁੱਛੇ ਗਏ ਹਨ ਉਹਨਾਂ ਦੇ ਉੱਤਰ ਪੈਰੇ ਵਿੱਚ ਹਨ, ਪੈਰੇ ਦੇ ਵਿਸ਼ੇ ਦੇ ਅਨੁਸਾਰ ਹਨ। ਤੁਸੀਂ ਉਸ ਤੋਂ ਇਲਾਵਾ ਕੋਈ ਹੋਰ ਉੱਤਰ ਨਹੀਂ ਲਿਖੋਗੇ। ਕਈ ਵਾਰ ਕਿਸੇ ਪ੍ਰਸ਼ਨ ਦੇ ਉੱਤਰ ਸਿੱਧੇ ਹੀ ਪੈਰੇ ਵਿੱਚ ਮਿਲ ਜਾਂਦੇ ਹਨ, ਪਰ ਕਈ ਵਾਰ ਉਹਨਾਂ ਦੇ ਉੱਤਰ ਇੰਨੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ। ਇਸ ਲਈ ਵਿਦਿਆਰਥੀਆਂ ਨੂੰ ਪੈਰੇ ਨੂੰ ਪੜ੍ਹ ਕੇ ਆਪਣੇ ਸ਼ਬਦਾਂ ਵਿੱਚ ਉਹ ਉੱਤਰ ਲਿਖਣੇ ਪੈਂਦੇ ਹਨ। ਪ੍ਰਸ਼ਨਾਂ ਦੇ ਉੱਤਰ ਦੇਣ ਲੱਗਿਆਂ ਮੂਲ ਵਿਚਾਰਾਂ ਤੋਂ, ਆਪਣੀ ਟੀਕਾ ਟਿੱਪਣੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਭਾਵ ਕਿ ਤੁਸੀਂ ਕੀ ਸੋਚਦੇ ਹੋ, ਤੁਸੀਂ ਕੀ ਸਮਝਦੇ ਹੋ, ਉੱਥੇ ਇਹ ਨਹੀਂ ਲਿਖੋਗੇ। ਜੋ ਤੁਹਾਨੂੰ ਪ੍ਰਸ਼ਨ ਪੁੱਛਿਆ ਗਿਆ ਤੁਸੀਂ ਪੈਰੇ ਦੇ ਅਨੁਸਾਰ ਹੀ ਉਹਨਾਂ ਦੇ ਉੱਤਰ ਉਹ ਲਿਖੋਗੇ। ਪੁੱਛੇ ਔਖੇ ਸ਼ਬਦਾਂ ਦੇ ਅਰਥ ਪੈਰੇ ਦੇ ਭਾਵ ਅਨੁਸਾਰ ਦੇਣਾ। ਕਈ ਵਾਰ ਅਨਿੱਠੇ ਪੈਰੇ ਵਿੱਚ ਤੁਹਾਨੂੰ ਸ਼ਬਦ ਅਰਥ ਵੀ ਆ ਜਾਂਦੇ ਹਨ। ਸੋ ਅਗਰ ਕੋਈ ਇਸ ਤਰ੍ਹਾਂ ਦਾ ਸ਼ਬਦ ਆ ਜਾਵੇ ਜਿਹਦੇ ਇੱਕ ਤੋਂ ਜ਼ਿਆਦਾ ਅਰਥ ਹੋਣ ਤਾਂ ਤੁਸੀਂ ਪੈਰੇ ਵਿੱਚ ਜਿਸ ਕੰਟੈਕਸਟ ਵਿੱਚ, ਜਿਸ ਸੰਦਰਭ ਵਿੱਚ ਉਹ ਸ਼ਬਦ ਵਰਤਿਆ ਗਿਆ ਹੈ ਉਸੇ ਦੇ ਹੀ ਅਰਥ ਤੁਸੀਂ ਉੱਥੇ ਲਿਖੋਗੇ। ਪੈਰੇ ਦੇ ਸਮੁੱਚੇ ਭਾਵ ਨੂੰ ਪ੍ਰਗਟਾਉਣ ਵਾਲਾ ਢੁਕਵਾਂ ਸਿਰਲੇਖ ਲੱਭਣਾ। ਇਹ ਤੁਹਾਨੂੰ 1 ਅੰਕ ਦਾ ਪ੍ਰਸ਼ਨ ਹੋਵੇਗਾ ਕਿ ਤੁਸੀਂ ਉਸ ਪੈਰੇ ਦਾ ਇੱਕ ਸਿਰਲੇਖ ਲਿਖੋਗੇ। ਸਿਰਲੇਖ ਕਿਵੇਂ ਲੱਭਣਾ ਹੈ ਇਹ ਅਸੀਂ ਅਗਲੀ ਉਹਦੇ ਅਭਿਆਸ ਦੇ ਵਿੱਚ ਉਹ ਦੇਖਾਂਗੇ ਕਿ ਸਿਰਲੇਖ ਨੂੰ ਕਿਵੇਂ ਅਸੀਂ ਲੱਭ ਸਕਦੇ ਹਾਂ। ਅਣਡਿੱਠੇ ਪੈਰੇ ਦਾ ਅਭਿਆਸ। ਸੋ ਹੁਣ ਅਸੀਂ ਇੱਕ ਅਣਡਿੱਠਾ ਪੈਰਾ ਉਸ ਦਾ ਅਭਿਆਸ ਕਰਾਂਗੇ ਔਰ ਦੇਖਾਂਗੇ ਕਿ ਇਸ ਵਿੱਚੋਂ ਅਸੀਂ ਸਿਰਲੇਖ ਕਿਵੇਂ ਲੱਭ ਸਕਦੇ ਹਾਂ ਜਾਂ ਜੋ ਪ੍ਰਸ਼ਨ ਉਹ ਪੁੱਛੇ ਗਏ ਹਨ ਉਹਨਾਂ ਦੇ ਉੱਤਰ ਅਸੀਂ ਕਿਵੇਂ ਲਿਖ ਸਕਦੇ ਹਾਂ। ਸੋ ਪਹਿਲਾਂ ਪੈਰਾ ਪੜ੍ਹਦੇ ਹਾਂ। ਮਿੱਠਾ ਬੋਲਣਾ ਸਭ ਚੰਗਿਆਈਆਂ ਦਾ ਮੂਲ ਹੈ। ਮਿੱਠਾ ਬੋਲਣ ਵਾਲਾ ਕਿਤੇ ਧੋਖਾ ਨਹੀਂ ਖਾਂਦਾ। ਮਿਠਾਸ ਵਿੱਚ ਇੰਨੀ ਸ਼ਕਤੀ ਹੈ ਕਿ ਗੁੱਸੇ ਨੂੰ ਵੀ ਸ਼ਾਂਤ ਕਰ ਦਿੰਦੀ ਹੈ। ਭਾਈ ਗੁਰਦਾਸ ਜੀ ਅੱਗ ਅਤੇ ਪਾਣੀ ਦੀ ਉਦਾਹਰਨ ਦਿੰਦੇ ਹੋਏ ਆਖਦੇ ਹਨ ਕਿ ਅੱਗ ਦੀਆਂ ਲਪਟਾਂ ਉੱਪਰ ਵੱਲ ਨੂੰ ਜਾਂਦੀਆਂ ਹਨ ਪਰੰਤੂ ਉਹਨਾਂ ਦਾ ਕੋਈ ਲਾਭ ਨਹੀਂ, ਪਰ ਪਾਣੀ ਹਮੇਸ਼ਾ ਨੀਵੇਂ ਵੱਲ ਨੂੰ ਵਹਿੰਦਾ ਹੈ। ਉਹ ਅੱਗ ਵਾਂਗ ਗਰਮ ਨਹੀਂ ਬਲਕਿ ਠੰਡਾ ਹੁੰਦਾ ਹੈ। ਕੋਈ ਕਿੰਨਾ ਵੀ ਮਹਾਨ ਵਿਦਵਾਨ ਹੋਵੇ, ਜੇ ਉਸ ਵਿੱਚ ਨਿਮਰਤਾ ਤੇ ਮਿਠਾਸ ਨਹੀਂ, ਵਿਦਵਤਾ ਵਿਅਰਥ ਹੈ। ਨਿਮਰਤਾ ਦੀ ਉਦਾਹਰਨ ਗੁਰਬਾਣੀ ਵਿੱਚ ਵੀ ਇੰਜ ਮਿਲਦੀ ਹੈ ਕਿ ਤੱਕੜੀ ਦੇ ਜਿਹੜੇ ਪਲੜੇ ਵਿੱਚ ਭਾਰ ਪਾ ਕੇ ਤੋਲਿਆ ਜਾਵੇ ਉਹੀ ਪਲੜਾ ਨੀਵਾਂ ਹੋ ਜਾਂਦਾ ਹੈ। ਭਾਵ ਜਿਹੜਾ ਵਿਅਕਤੀ ਗੁਨਾਹ ਨਾਲ ਭਰਪੂਰ ਹੋਵੇ ਉਹ ਨੀਵਾਂ ਹੋਵੇਗਾ। ਜਿਵੇਂ ਕਿ ਇਸ ਪੈਰੇ ਵਿੱਚ ਤੁਸੀਂ ਪੜ੍ਹਿਆ, ਜਿਹੜੀਆਂ ਪਹਿਲੀਆਂ 3 ਲਾਈਨਾਂ ਹਨ, 3 ਸਤਰਾਂ ਹਨ, 3 ਵਾਕ ਹਨ, ਉਸ ਵਿੱਚ ਮਿੱਠਾ ਬੋਲਣ ਬਾਰੇ ਗੱਲ ਕੀਤੀ ਗਈ ਹੈ। ਇੱਕ ਸਧਾਰਨ ਵਿਸ਼ਾ ਮਿੱਠਾ ਬੋਲਣਾ, ਨਿਮਰਤਾ ਧਾਰਨ ਕਰਨਾ, ਇਸ ਬਾਰੇ ਚਰਚਾ ਹੈ। ਉਸ ਤੋਂ ਬਾਅਦ 2 ਉਦਾਹਰਨਾਂ ਦਿੱਤੀਆਂ ਗਈਆਂ ਹਨ। ਪਹਿਲੀ ਉਦਾਹਰਨ ਭਾਈ ਗੁਰਦਾਸ ਜੀ ਜੋ ਅੱਗ ਅਤੇ ਪਾਣੀ ਦੀ ਉਦਾਹਰਨ ਨਾਲ ਆਪਣੀ ਸਿੱਖਿਆ ਦਿੰਦੇ ਹਨ ਅਤੇ ਦੂਸਰਾ ਗੁਰਬਾਣੀ ਵਿੱਚ ਨਿਮਰਤਾ ਦੀ ਉਦਾਹਰਨ, ਉਸ ਬਾਰੇ ਚਰਚਾ ਕੀਤੀ ਗਈ ਹੈ। ਜਦੋਂ ਵੀ ਅਸੀਂ ਸਿਰਲੇਖ ਵੇਖਾਂਗੇ ਜਾਂ ਕਿਸੇ ਪੈਰੇ ਦਾ ਮੂਲ ਉਹਦਾ ਵਿਸ਼ਾ ਵੇਖਾਂਗੇ ਤਾਂ ਅਸੀਂ ਉਦਾਹਰਨਾਂ ਨੂੰ ਛੱਡ ਕੇ ਜੋ ਬਾਕੀ ਦੇ ਮੁੱਖ ਵਿਚਾਰ ਹਨ ਉਹਨਾਂ ਤੋਂ ਅੰਦਾਜ਼ਾ ਲਗਾਵਾਂਗੇ ਕਿ ਇਸ ਦਾ ਮੁੱਖ ਸਿਰਲੇਖ ਉਹ ਕੀ ਹੋ ਸਕਦਾ ਹੈ। ਸੋ ਪਹਿਲਾਂ ਅਸੀਂ ਪ੍ਰਸ਼ਨ ਦੇਖਦੇ ਹਾਂ। ਚੰਗਿਆਈਆਂ ਦਾ ਮੂਲ ਤੱਤ ਕੀ ਦੱਸਿਆ ਗਿਆ ਹੈ। ਸੋ ਜਿਵੇਂ ਕਿ ਪਹਿਲੇ ਹੀ ਵਾਕ ਵਿੱਚ ਇਸ ਦਾ ਉੱਤਰ ਹੈ ਕਿ ਮਿੱਠਾ ਬੋਲਣਾ ਸਭ ਚੰਗਿਆਈਆਂ ਦਾ ਮੂਲ ਹੈ, ਪਰ ਪ੍ਰਸ਼ਨ ਦੇ ਅਨੁਸਾਰ ਅਸੀਂ ਉੱਤਰ ਲਿਖਾਂਗੇ ਕਿ ਚੰਗਿਆਈਆਂ ਦਾ ਮੂਲ ਤੱਤ ਮਿੱਠਾ ਬੋਲਣਾ ਦੱਸਿਆ ਗਿਆ ਹੈ। ਦੂਸਰਾ ਪ੍ਰਸ਼ਨ, ਮਿਠਾਸ ਦੀ ਕਿਹੜੀ ਸ਼ਕਤੀ ਬਾਰੇ ਦੱਸਿਆ ਗਿਆ ਹੈ। ਸੋ ਦੂਸਰੀ ਸਤਰ ਦੇ ਵਿੱਚ ਤੁਸੀਂ ਸ਼ੁਰੂ ਵਿੱਚ ਵੇਖੋ, ਮਿਠਾਸ ਵਿੱਚ ਇੰਨੀ ਸ਼ਕਤੀ ਹੈ ਕਿ ਗੁੱਸੇ ਨੂੰ ਵੀ ਸ਼ਾਂਤ ਕਰ ਦਿੰਦੀ ਹੈ, ਪਰ ਅਸੀਂ ਪਹਿਰੇ ਵਿੱਚ ਇਸ ਸ਼ਾਬਦਿਕ ਜੋ ਇਸ ਦੀ ਭਾਸ਼ਾ ਹੈ ਉਸ ਨੂੰ ਇਸ ਤਰ੍ਹਾਂ ਇਨ ਬਿਨ ਨਹੀਂ ਲਵਾਂਗੇ। ਪ੍ਰਸ਼ਨ ਦੇ ਅਨੁਸਾਰ ਇਹਦਾ ਉੱਤਰ ਬਣਾਵਾਂਗੇ ਕਿ ਮਿਠਾਸ ਦੀ ਕਿਹੜੀ ਸ਼ਕਤੀ ਬਾਰੇ ਦੱਸਿਆ ਗਿਆ ਹੈ। ਮਿਠਾਸ ਦੀ ਗੁੱਸੇ ਨੂੰ ਸ਼ਾਂਤ ਕਰ ਦੇਣ ਵਾਲੀ ਸ਼ਕਤੀ ਬਾਰੇ ਦੱਸਿਆ ਗਿਆ ਹੈ। ਤੀਸਰਾ ਪ੍ਰਸ਼ਨ, ਭਾਈ ਗੁਰਦਾਸ ਜੀ ਨੇ ਅੱਗ ਤੇ ਪਾਣੀ ਦੀ ਉਦਾਹਰਨ ਦੇ ਕੇ ਕੀ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਸੋ ਇੱਥੇ ਤੁਸੀਂ ਦੇਖੋਗੇ ਕਿ ਭਾਈ ਗੁਰਦਾਸ ਜੀ ਨੇ ਅੱਗ ਤੇ ਪਾਣੀ ਦਾ ਹਵਾਲਾ ਦਿੱਤਾ ਹੈ, ਉਦਾਹਰਨ ਦਿੱਤੀ ਹੈ ਕਿ ਅੱਗ ਦੀਆਂ ਲਪਟਾਂ ਉੱਪਰ ਵੱਲ ਨੂੰ ਜਾਂਦੀਆਂ ਹਨ ਪਰੰਤੂ ਉਹਨਾਂ ਦਾ ਕੋਈ ਲਾਭ ਨਹੀਂ, ਪਰ ਪਾਣੀ ਹਮੇਸ਼ਾ ਨੀਵੇਂ ਵੱਲ ਨੂੰ ਵਹਿੰਦਾ ਹੈ। ਉਹ ਅੱਗ ਵਾਂਗ ਗਰਮ ਨਹੀਂ ਬਲਕਿ ਠੰਡਾ ਹੁੰਦਾ ਹੈ। ਇਹ ਸਿਰਫ ਉਦਾਹਰਨ ਹੈ, ਲੇਕਿਨ ਸਮਝਾਇਆ ਕੀ ਗਿਆ ਹੈ ਕਿ ਕੋਈ ਕਿੰਨਾ ਵੀ ਮਹਾਨ ਵਿਦਵਾਨ ਹੋਵੇ, ਜੇ ਉਸ ਵਿੱਚ ਨਿਮਰਤਾ ਤੇ ਮਿਠਾਸ ਨਹੀਂ, ਵਿਦਵਤਾ ਵਿਅਰਥ ਹੈ। ਸੋ ਸਾਡਾ ਉੱਤਰ ਇੱਥੇ ਇਹ ਹੋਵੇਗਾ ਕਿ ਭਾਈ ਗੁਰਦਾਸ ਜੀ ਨੇ ਅੱਗ ਤੇ ਪਾਣੀ ਦੀ ਉਦਾਹਰਨ ਦੇ ਕੇ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਕੋਈ ਵਿਦਵਾਨ ਭਾਵੇਂ ਕਿੰਨਾ ਵੀ ਮਹਾਨ ਹੋਵੇ, ਜੇ ਉਸ ਵਿੱਚ ਨਿਮਰਤਾ ਤੇ ਮਿਠਾਸ ਨਹੀਂ ਹੋਵੇਗੀ ਤਾਂ ਉਸ ਦੀ ਵਿਦਵਤਾ ਵਿਅਰਥ ਹੈ। ਸੋ ਇਸ ਦਾ ਸਹੀ ਉੱਤਰ ਇਹ ਹੋਵੇਗਾ। ਇਸ ਤੋਂ ਬਾਅਦ ਚੌਥਾ ਪ੍ਰਸ਼ਨ ਦੇਖੋ, ਗੁਰਬਾਣੀ ਵਿੱਚ ਨਿਮਰਤਾ ਸੰਬੰਧੀ ਕਿਹੜੀ ਉਦਾਹਰਨ ਮਿਲਦੀ ਹੈ। ਸੋ ਇਸ ਦੇ ਵਿੱਚ ਤੁਸੀਂ ਇਸ ਦਾ ਉੱਤਰ ਲਿਖੋਗੇ ਕਿ ਗੁਰਬਾਣੀ ਵਿੱਚ ਨਿਮਰਤਾ ਸੰਬੰਧੀ ਤੱਕੜੀ ਦੀ ਉਦਾਹਰਨ ਮਿਲਦੀ ਹੈ ਕਿ ਤੱਕੜੀ ਦੇ ਜਿਹੜੇ ਪਲੜੇ ਵਿੱਚ ਭਾਰ ਪਾ ਕੇ ਤੋਲਿਆ ਜਾਵੇ ਉਹੀ ਪਲੜਾ ਨੀਵਾਂ ਹੋ ਜਾਂਦਾ ਹੈ। ਭਾਵ ਜਿਹੜਾ ਵਿਅਕਤੀ ਗੁਨਾਹ ਨਾਲ ਭਰਪੂਰ ਹੋਵੇਗਾ ਉਹ ਨੀਵਾਂ ਹੋਵੇਗਾ। ਸੋ ਇੱਥੇ ਤੁਸੀਂ ਤੱਕੜੀ ਦੇ ਪਲੜੇ ਦੀ ਉਦਾਹਰਨ ਉਹ ਉੱਤਰ ਵਿੱਚ ਲਿਖੋਗੇ। ਇਸ ਦੇ ਵਿੱਚ ਇਹਦਾ ਸਿੱਧਾ ਉੱਤਰ ਇਸ ਵਾਕ ਵਿੱਚ ਸਾਨੂੰ ਮਿਲ ਜਾਵੇਗਾ। ਹੁਣ ਪੰਜਵਾਂ ਤੇ ਅਖੀਰਲਾ ਪ੍ਰਸ਼ਨ, ਉਪਰੋਕਤ ਪੈਰੇ ਦਾ ਸਿਰਲੇਖ ਦੱਸੋ।
ਸੋ ਜਿਸ ਤਰ੍ਹਾਂ ਤੁਸੀਂ ਇਸ ਪੂਰੇ ਪੈਰੇ ਨੂੰ ਪੜ੍ਹਿਆ, ਪਹਿਲੇ 3 ਵਾਕਾਂ ਵਿੱਚ ਹੀ ਇਸ ਦਾ ਸਿਰਲੇਖ ਸਾਨੂੰ ਪਤਾ ਲੱਗ ਜਾਂਦਾ ਹੈ। ਬਾਕੀ ਉਦਾਹਰਨਾਂ ਨੂੰ ਅਸੀਂ ਛੱਡ ਦਈਏ ਤਾਂ ਇਸ ਦਾ ਮੁੱਖ ਸਿਰਲੇਖ ਮਿੱਠਾ ਬੋਲਣਾ ਦੱਸਿਆ ਗਿਆ ਹੈ। ਸੋ ਇਹਦੇ ਇੱਕ ਤੋਂ ਜ਼ਿਆਦਾ ਸਿਰਲੇਖ ਹੋ ਸਕਦੇ ਹਨ, ਜਿਵੇਂ ਮਿੱਠਾ ਬੋਲਣਾ ਸਭ ਚੰਗਿਆਈਆਂ ਦਾ ਮੂਲ, ਮਿੱਠਾ ਬੋਲਣਾ, ਜਾਂ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸੋ ਉਮੀਦ ਹੈ ਕਿ ਤੁਹਾਨੂੰ ਅਨਿੱਠੇ ਪਹਿਰੇ ਬਾਰੇ ਜੋ ਜਾਣਕਾਰੀ ਦਿੱਤੀ ਗਈ ਉਹ ਤੁਹਾਡੇ ਫਾਇਦੇਮੰਦ ਹੋਵੇਗੀ ਔਰ ਤੁਹਾਨੂੰ ਇਮਤਿਹਾਨਾਂ ਵਿੱਚ ਇਸ ਦਾ ਕਾਫੀ ਲਾਭ ਹੋਵੇਗਾ। ਸੋ ਅੱਜ ਦੇ ਇਸ ਮਾਹੌਲ ਵਿੱਚ ਕਰੋਨਾ ਦੀ ਲੜਾਈ ਵਿੱਚ ਸੁਰੱਖਿਅਤ ਰਹੋ, ਖੁਸ਼ ਰਹੋ। ਧੰਨਵਾਦ।